ਨਕਾਰਾਤਮਕ ਜਿਹੜੇ ਹੁੰਦੇ ਨੇ ਨੈਗੇਟਿਵ ਥਾਟ ਵਾਲੇ ਰੱਬ ਜੀ ਨੂੰ ਜਿਹੜੇ ਨਹੀਂ ਮੰਨਦੇ ਉਹ ਕਹਿੰਦੇ ਨੇ ਤੁਸੀਂ ਆਪਣਾ ਭਵਿੱਖ ਕਿਉਂ ਨਹੀਂ ਸਵਾਰ ਲੈਂਦੇ ਲੋਕਾਂ ਨੂੰ ਦੱਸਦੇ ਹੋ। ਗੱਦੀ ਦਰ ਗੱਦੀ ਪੀੜੀ ਦਰ ਪੀੜੀ ਕੋਈ ਲਿਟਰੇਚਰ ਨਹੀਂ ਪੜ੍ਹਦਾ ਸੀ, ਜਿਵੇਂ ਆਪਣੇ ਪੂਰਵਜਾਂ ਤੋਂ ਸਿੱਖ ਲਿਆ ਤੇ ਬੈਠ ਗਏ, ਪੂਰਵਜਾਂ ਤੋਂ ਸਿੱਖ ਲਿਆ ਤੇ ਬੈਠ ਗਏ। ਨਾ ਕਿ ਉਹ ਸਾਇੰਟੀਫਿਕਲੀ ਚੀਜ਼ਾਂ ਦੀ ਡੈਪਥ ਨਹੀਂ ਜਾਣਦੇ ਸੀਗੇ ਤੇ ਨਾ ਹੀ ਇੰਨੀ ਡੈਪਥ ਵਿੱਚ ਜਾ ਕੇ ਉਹਨਾਂ ਨੂੰ ਸਹੀ ਪ੍ਰੈਡਿਕਸ਼ਨ ਕਰ ਪਾਉਂਦੇ ਸੀ। ਬਸ ਆਪਣੇ ਪਿਤਾ ਜੀ ਦੀ ਗੱਦੀ ਤੇ ਬੈਠ ਗਏ ਤੇ ਪੰਡਿਤ ਅਖਵਾਨ ਲੱਗ ਪਏ। ਮੇਰਾ ਨਾਮ ਬਲਜੀਤ ਹੈ, ਕੱਲ ਨੂੰ ਕਿਸੇ ਕਾਰਨ ਕਰਕੇ ਮੈਂ ਆਪਣਾ ਨਾਮ ਬਦਲ ਲਿਆ ਤੇ ਕੀ ਮੇਰੀ ਗ੍ਰਹਿ ਦਸ਼ਾ ਵੀ ਬਦਲ ਜਾਏਗੀ? ਮੇਰਾ ਖੁਦ ਦਾ ਨਾਮ ਮੈਂ ਖੁਦ ਚੇਂਜ ਕੀਤਾ ਹੋਇਆ। ਜੋ ਤੁਸੀਂ ਡੈਸਟੀਨੀ ਲਿਖਵਾ ਕੇ ਆਏ ਹੋ ਉਹ ਤੇ ਉਦਾਂ ਹੀ ਹੋਏਗੀ। ਕਹਿੰਦੇ ਬਰਸਾਤ ਤੇ ਹੋਏਗੀ, ਬਸ ਇਹ ਸਮਝ ਲਓ ਕਿ ਤੁਸੀਂ ਇੱਕ ਅੰਬ੍ਰੇਲਾ ਲੈ ਲਿਆ, ਤੁਸੀਂ ਗਿੱਲੇ ਨਹੀਂ ਹੋਏਗੇ। ਕਿ ਬਹੁਤ ਸਾਰੀਆਂ ਚੀਜ਼ਾਂ ਪਹਿਲੇ ਡਿਸਟਾਈਨਡ ਹੁੰਦੀਆਂ ਨੇ, ਸਾਡੇ ਪਿਛਲੇ ਬੈਗੇਜ ਤੋਂ ਲੈ ਕੇ, ਯਾਨੀ ਕਿ ਪਿਛਲੇ ਕਰਮਾਂ ਤੋਂ ਲੈ ਕੇ ਉਸ ਹਿਸਾਬ ਨਾਲ ਡਿਸਟਾਈਨਡ ਹੁੰਦੀਆਂ ਨੇ, ਡੈਸਟੀਨੀ ਵਿੱਚ ਲਿਖੀਆਂ ਜਾਂਦੀਆਂ ਨੇ। ਵਾਸਤੂ ਸ਼ਾਸਤਰ ਇਹ ਇਸ ਚੀਜ਼ ਨੂੰ ਕਹਿੰਦਾ ਨਹੀਂ ਹੋ ਤੁਸੀਂ ਇੱਧਰ ਰੱਖੋ, ਇੱਧਰ ਮੂੰਹ ਕਰੋ, ਘਰ ਦਾ ਇੱਧਰ ਮੂੰਹ ਕਰੋ। ਬੰਦਾ ਜੇ ਹੁਣ ਫੇਥ ਰੱਖੇ ਰੱਬ ਚਾਰੇ ਪਾਸੇ ਹੈ ਤੇ ਫਿਰ ਉਹ ਨੈਗੇਟਿਵ ਪੋਜ਼ਿਟਿਵ ਕਿੱਦਾਂ ਆ ਜਾਂਦਾ ਉਹਦੇ? ਮੇਰਾ ਔਰਾ ਮੇਰੇ ਘਰ ਨੂੰ ਔਰ ਮੇਰੇ ਘਰ ਦਾ ਔਰਾ ਮੈਨੂੰ ਇੱਕ ਦੂਸਰੇ ਨੂੰ ਸਾਈਮਲਟੇਨੀਅਸਲੀ ਵਰਕ ਕਰਦੀਆਂ ਨੇ ਐਨਰਜੀਜ਼। Actually, we are psychic readers. Psychic means we connect to your energy and we get the vibes और ਉਹਨਾਂ ਤੋਂ ਅਸੀਂ ਰੀਡ ਕਰਦੇ ਹਾਂ, ਨਾ ਕਿ ਚਿਹਰੇ ਦੇ ਫੀਚਰਸ ਪੜ੍ਹ ਕੇ। ਜਿਸ ਤਰ੍ਹਾਂ ਮੈਂ ਨੰਬਰ 6 ਹਾਂ ਤੇ ਮੈਨੂੰ ਉਹੀ ਨੰਬਰ ਬਾਰ-ਬਾਰ ਜ਼ਿੰਦਗੀ 'ਚ ਮੁੜ ਕੇ ਮਿਲਣਗੇ। ਮੇਰੀ ਗੱਡੀ ਦਾ ਨੰਬਰ ਵੀ ਉਹੀ ਮਿਲੇਗਾ, ਚਾਹੇ ਮੈਂ ਸਿਲੈਕਟ ਨਹੀਂ ਕੀਤਾ। ਮੇਰੇ ਘਰ ਦਾ ਨੰਬਰ ਵੀ ਉਹੀ ਮਿਲੇਗਾ, ਮੈਨੂੰ ਮੇਰੀ ਦੁਕਾਨ ਦਾ ਨੰਬਰ ਵੀ ਉਹੀ ਮਿਲੇਗਾ, ਮੈਨੂੰ ਫੋਨ ਨੰਬਰਸ ਵੀ ਉਹੀ ਮਿਲਣਗੇ, ਜਿਹੜੇ ਨੰਬਰ ਆਲਰੇਡੀ ਮੇਰੇ ਰੋਲ ਪਲੇ ਕਰ ਰਹੇ ਨੇ ਮੇਰੀ ਲਾਈਫ। ਉਪਾਏ ਅਲਟਰਨੇਟਿਵ ਹੁੰਦਾ, ਉਪਾਏ ਨਾਲ ਹੱਲ ਹੋ ਜਾਂਦੇ ਆ। ਕੋਈ ਦੁੱਖ ਤਕਲੀਫ ਆਣੀ ਹੋਵੇ ਕਿ ਉਹਨਾਂ ਲੋਕਾਂ ਦੇ ਕੰਮ ਨਹੀਂ ਹੁੰਦੇ ਜਿਹੜੇ ਇੰਟੈਂਸ਼ਨਲੀ ਨਹੀਂ ਕਰਦੇ, ਜਿਹੜੇ ਫੁੱਲ ਬਿਲੀਵ ਨਾ ਕਰਦੇ, ਉਹਨਾਂ ਦੇ ਕੰਮ ਹੁੰਦੇ ਵੀ ਹੈ। ਸੋ ਜਿਹੜਾ ਵੀ ਕੋਈ ਭਾਵੇਂ ਆਦਮੀ ਹੋਵੇ ਔਰਤ ਹੋਵੇ, ਮਨੁੱਖੀ ਜਾਮੇ 'ਚ ਜਦੋਂ ਆ ਜਾਂਦਾ, ਇਨਸਾਨ ਬਣ ਕੇ ਧਰਤੀ ਤੇ ਆ ਜਾਂਦਾ ਤੇ ਹਰੇਕ ਨੂੰ ਉਤਸੁਕਤਾ ਰਹਿੰਦੀ ਹੈ, ਕਰੇਜ਼ ਰਹਿੰਦਾ ਹੈ ਕਿ ਮੈਨੂੰ ਪਤਾ ਲੱਗ ਸਕੇ ਕਿ ਮੇਰੇ ਨਾਲ ਅੱਗੇ ਕੀ ਹੋਣਾ ਹੈ, ਮੇਰੇ ਨਾਲ ਕੱਲ ਨੂੰ ਕੀ ਹੋਣਾ ਹੈ, ਮੇਰੀ ਜ਼ਿੰਦਗੀ 'ਚ ਤਰੱਕੀ ਕਿਵੇਂ ਦੀ ਹੋਣੀ ਹੈ, ਕੋਈ ਸਿੱਖ ਸੁਵਿਧਾ ਮੇਰੇ ਕੋਲ ਹੋਏਗੀ ਜਾਂ ਨਹੀਂ ਹੋਏਗੀ, ਜਾਂ ਦੁੱਖ ਜੇ ਮੇਰੀ ਜ਼ਿੰਦਗੀ 'ਚ ਆਣੇ ਹੈ ਮੈਂ ਟਾਲ ਸਕਾਂ। ਬੰਦਾ ਇਹਨਾਂ ਤੋਂ ਆਪਾਂ ਕਹੀਏ ਕਿ ਖੌਫ ਜਾਂ ਇੱਕ ਦਹਿਸ਼ਤ ਵੀ ਆਮ ਇਨਸਾਨ ਦੇ ਮਨ 'ਚ ਹੁੰਦੀ ਹੈ ਤੇ ਜਾਂਦਾ ਉਹ ਰੱਬ ਦੇ ਕੋਲ। ਪਰ ਇਸ ਤੋਂ ਉੱਪਰ ਜੇ ਲੱਗਦਾ ਮੈਂ ਕਿਸੇ ਕੋਲ ਜਾ ਕੇ ਇਹਦੇ ਬਾਰੇ ਪਤਾ ਕਰ ਸਕਦਾ ਤੇ ਜੇ ਮੈਨੂੰ ਕੋਈ ਦੁੱਖ ਤਕਲੀਫ ਆਣੀ ਹੈ ਇਹਦਾ ਹੱਲ ਕਰ ਸਕਦਾ, ਤਾਂ ਅਸੀਂ ਕਿਹਨੂੰ ਲੱਭਦੇ ਹਾਂ? ਅਸੀਂ ਲੱਭਦੇ ਹਾਂ ਜੋਤਿਸ਼ ਨੂੰ। ਐਸਟਰੋਲੋਜੀ ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਵੀ ਸਾਡੇ ਕੋਲ ਕਈ ਵੰਨਗੀਆਂ ਆ ਗਈਆਂ ਨੇ। ਅੰਕ ਜੋਤਿਸ਼ ਹੁੰਦਾ, ਨਿਊਮਰੋਲੋਜਿਸਟ ਆਪਾਂ ਜਿਹਨੂੰ ਕਹਿੰਦੇ ਆ, ਐਸਟਰੋਲੋਜੀ ਹੁੰਦੀ ਹੈ, ਕਈ ਤਰ੍ਹਾਂ ਦੀਆਂ ਸਟੱਡੀਆਂ ਸ਼ਾਸਤਰ ਇਹਦੇ 'ਚ ਆ ਗਏ ਨੇ। ਜੇ ਤੁਹਾਨੂੰ ਆਪਾਂ ਪੜ੍ਹ ਕੇ ਵੀ ਦਿਖਾਈਏ, ਥੀਟਾ ਹੀਲਿੰਗ, ਹਿਪਨੋਟਾਈਜ਼, ਹਿਪਨੋਥੈਰੇਪੀ, ਜਿਹੜਾ ਆਪਾਂ ਕਹਿੰਦੇ ਆ ਸਮੋਹਿਤ ਕਰਕੇ ਬੰਦੇ ਨੂੰ ਉਹਦਾ ਬੀਤ ਚੁੱਕਿਆ ਦਿਖਾ ਦੇਣਾ, ਵਕਤ ਜਿਹਨੂੰ ਕਹਿੰਦੇ ਆ ਪਾਸਟ ਦਿਖਾ ਦੇਣਾ, ਟੈਰਟ ਰੀਡਿੰਗ, ਟੈਰਟ ਜਿਹੜੇ ਹੁੰਦੇ ਨਾ, ਟੈਰੋ ਕਾਰਡ ਜਿਹੜੇ ਆਪਾਂ ਕਹਿੰਦੇ ਆ ਵੀ ਬੜੇ ਅੱਜ ਕੱਲ੍ਹ ਇੱਕ ਨਵਾਂ ਇੱਕ ਵੰਨਗੀ ਆ ਗਈ ਸੀ ਕਾਫੀ ਸਮਾਂ ਪਹਿਲਾਂ। ਫਿਰ ਨਿਊਮਰੋਲੋਜੀ, ਅੰਕ ਜੋਤਿਸ਼, ਅੰਕਾਂ ਦੇ ਆਧਾਰ ਤੇ ਤੁਹਾਡੀ ਜ਼ਿੰਦਗੀ, ਤੁਹਾਡਾ ਭਵਿੱਖ ਤੈਅ ਕਰ ਦੇਣਾ। ਸੋ ਜੋਤਿਸ਼ ਮੇਲਾ ਲੱਗਿਆ ਹੋਇਆ ਮੋਹਾਲੀ, ਅਸੀਂ ਪਹੁੰਚੇ ਹੋਏ ਹਾਂ, ਲੋਕ ਵੀ ਬੜਾ ਜਾਣਨ ਆ ਰਹੇ ਨੇ। ਸੋ ਇੱਕ ਤੁਹਾਨੂੰ ਅਜਿਹੇ ਅਸੀਂ ਜੋਤਿਸ਼ ਮਾਹਰ ਨਾਲ ਮਿਲਾਉਣ ਜਾ ਰਹੇ ਹਾਂ। ਇੱਕ ਅਜਿਹੇ ਦੀ ਜਗ੍ਹਾ ਮੈਂ ਅਜਿਹੀ ਕਹਾਂਗਾ, ਇੱਕ ਅਜਿਹੀ ਜੋਤਿਸ਼ ਮਾਹਰ ਨਾਲ ਮਿਲਾਉਣ ਜਾ ਰਹੇ ਹਾਂ। ਵਿਜ਼ਿਟਿੰਗ ਕਾਰਡ 'ਤੇ ਜੇ ਤੁਸੀਂ ਇਹਨਾਂ ਦੇ ਪੜ੍ਹੋਗੇ ਤਾਂ 8-10 ਇਹਨਾਂ ਨੇ ਲਿਖੇ ਹੋਏ ਨੇ ਸਬਜੈਕਟ ਆਪਣੇ, ਪਰ ਜੇ ਆਪਾਂ ਗੱਲ ਕਰੀਏ ਇਹਨਾਂ 'ਤੇ ਤਾਂ 5 ਦਰਜਨ ਦੇ ਕਰੀਬ, 57 ਦੇ ਕਰੀਬ ਜਿਹੜੇ ਇਹ ਵਿਸ਼ੇ ਹੈਗੇ ਨੇ ਇਨਸਾਨ ਦੀ ਜ਼ਿੰਦਗੀ ਨਾਲ ਜੁੜੇ ਹੋਏ, ਉਹਦੇ ਬਾਰੇ ਦੱਸ ਦਿੰਦੇ ਨੇ ਕਿ ਸਟੱਡੀ ਬੇਸ ਹੁੰਦਾ ਹੈ, ਕਿ ਕਿਤੋਂ ਕੋਈ ਮਾਨਤਾ ਪ੍ਰਾਪਤ ਡਿਗਰੀ ਡਿਪਲੋਮੇ ਹੋਣ ਲੱਗ ਗਏ ਨੇ, ਇੰਨਾ ਤੁਸੀਂ ਕਿਵੇਂ ਦੱਸ ਸਕਦੇ ਹੋ? ਤੇ ਅਕਸਰ ਇੱਕ ਸਵਾਲ ਜੋਸ਼ੀਆਂ ਨੂੰ ਹੁੰਦਾ ਹੈ ਵੀ ਤੁਸੀਂ ਲੋਕਾਂ ਦਾ ਭਵਿੱਖ ਦੱਸਦੇ ਹੋ, ਪੁੱਛਦੇ ਵੀ ਨੇ ਜਿਹੜੇ ਲੋਕ ਆਪਾਂ ਕਹੀਏ ਤਰਕਸ਼ੀਲ 'ਚ ਹੁੰਦੇ ਨੇ, ਵਿਸ਼ਵਾਸ ਰੱਖਦੇ ਨੇ ਵੀ ਆਪਣਾ ਭਵਿੱਖ ਕਿਉਂ ਨਹੀਂ ਸਵਾਲ ਲੈਂਦੇ। ਸਾਡੇ ਨਾਲ ਜੈਸਮਿਨ ਮੌਜੂਦ ਨੇ, ਗੱਲ ਕਰਦੇ ਆ। ਸ਼ਕਲ ਤੁਸੀਂ ਚਿਹਰਾ ਦੇਖ ਰਹੇ ਹੋ, ਉਮਰ ਘੱਟ ਲੱਗਦੀ ਹੈ, 57 ਵਿਸ਼ਿਆਂ ਤੇ ਇਹਨਾਂ ਦੀ ਪਕੜ ਹੈਗੀ ਹੈ, ਗੱਲ ਕਰਾਂਗੇ। ਸੋ ਜੈਸਮਿਨ, ਸਤਿ ਸ਼੍ਰੀ ਅਕਾਲ ਜੀ। ਪਹਿਲਾ ਸਵਾਲ ਮਨ 'ਚ ਇਹੀ ਆ ਰਿਹਾ ਹੈ ਕਿ ਇਹ ਜਿਹੜਾ ਸਬਜੈਕਟ ਹੁੰਦਾ ਤੁਹਾਡਾ ਜੋਤਿਸ਼ ਜਿਹੜਾ ਹੁੰਦਾ, ਖੈਰ ਤੁਹਾਡੇ ਸਬਜੈਕਟ ਵੀ ਬਹੁਤ ਜ਼ਿਆਦਾ ਹੈਗੇ ਨੇ, ਥੀਟਾ ਹੀਲਰ, ਰੇਕੀ ਗ੍ਰੈਂਡ ਮਾਸਟਰ, ਵਾਸਤੂ ਐਕਸਪਰਟ, ਫੇਸ ਰੀਡਰ, ਚਿਹਰਾ ਪੜ੍ਹ ਕੇ ਵੀ ਦੱਸ ਸਕਦੇ ਨੇ ਮੈਡਮ ਬੰਦੇ ਦੇ ਪੱਲੇ ਕੀ ਹੈਗਾ, ਮੈਡੀਏਸ਼ਨ ਐਕਸਪਰਟ, ਕੈਂਡਲ ਸਪੈਲ ਸਪੈਸ਼ਲਿਸਟ, ਟੈਰਟ ਕਾਰਡ ਰੀਡਰ, ਕਾਫੀ ਲਿਖੇ ਹੋਏ ਨੇ। ਇਹਨੂੰ ਬੰਦਾ ਕੀ ਕਹੋਗੇ ਤੁਸੀਂ? ਇਹ ਮਤਲਬ ਆਪਣਾ ਤੁਹਾਡਾ ਮੈਂ ਪੁੱਛਾਂ ਖਾਨਦਾਨੀ पेशा है? जी नहीं, बिल्कुल नहीं है, मेरा पैशन है। अच्छा, ये मेरा पैशन है और अपने पैशन ਨੂੰ ਹੀ ਮੈਂ ਪ੍ਰੋਫੈਸ਼ਨ ਬਣਾ ਲਿੱਤਾ ਹੈ। ਜਨੂਨ ਹੈ ਤੁਹਾਡਾ? ਪਹਿਲਾਂ ਹੁੰਦਾ ਸੀ ਨਾ ਵੀ ਪੰਡਤ ਦਾ ਮੁੰਡਾ ਪੰਡਤ ਹੀ ਹੋਏਗਾ, ਤੇ ਪਹਿਲਾਂ ਇਹ ਚੀਜ਼ ਸੀ ਜਿਹੜੀ ਆਪਾਂ ਜੇ ਅੱਜ ਤੋਂ 40 ਜਾਂ 50 ਜਾਂ 70 ਸਾਲ ਪਿੱਛੇ ਚੱਲ ਜਾਈਏ, ਪੰਡਤਾਂ ਤੱਕ ਸੀਮਿਤ ਹੁੰਦੀ ਸੀ ਵੀ ਪੰਡਤ ਹੀ ਦੱਸ ਸਕਦੇ ਆ।
ਉਸ ਟਾਈਮ ਉਹਨਾਂ ਕੋਲ ਲਿਟਰੇਚਰ ਅਵੇਲੇਬਲ ਸੀ ਜਾਂ ਹੁਣ ਸਮਾਂ ਬੀਤਣ ਨਾਲ ਲਿਟਰੇਚਰ ਆਇਆ ਜੋਤਿਸ਼ ਦਾ? ਨਹੀਂ, ਲਿਟਰੇਚਰ ਤੇ ਅਵੇਲੇਬਲ ਸੀ, ਬਟ ਜਦੋਂ ਅਸੀਂ ਗੱਲ ਕਰਦੇ ਹਾਂ ਗੱਦੀ ਦਰ ਗੱਦੀ, ਪੀੜ੍ਹੀ ਦਰ ਪੀੜ੍ਹੀ ਕੋਈ ਲਿਟਰੇਚਰ ਨਹੀਂ ਪੜ੍ਹਦਾ ਸੀ। ਜਿਵੇਂ ਆਪਣੇ ਪੂਰਵਜਾਂ ਤੋਂ ਸਿੱਖ ਲਿਆ ਤੇ ਬੈਠ ਗਏ, ਪੂਰਵਜਾਂ ਤੋਂ ਸਿੱਖ ਲਿਆ ਤੇ ਬੈਠ ਗਏ, ਪਰ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਸਾਨੂੰ ਸਭ ਨੂੰ, ਉਹ ਇਹ ਕਿ ਕਹਿੰਦੇ ਨਾ ਅਧੂਰਾ ਗਿਆਨ, ਉਹਨੇ ਬਹੁਤ ਨੁਕਸਾਨ ਕੀਤਾ ਹੈ। ਤੇ ਲੋਕਾਂ ਨੇ ਇਹਨੂੰ ਲੋਕਾਂ ਨੂੰ ਵਹਿਮ ਭਰਮ ਵਿੱਚ ਪਾ ਕੇ ਪੈਸਾ ਕਮਾਉਣ ਦਾ ਸਿਰਫ ਧੰਦਾ ਬਣਾ ਲਿਆ, ਨਾ ਕਿ ਉਹ ਸਾਇੰਟੀਫਿਕਲੀ ਚੀਜ਼ਾਂ ਦੀ ਡੈਪਥ ਨਹੀਂ ਜਾਣਦੇ ਸੀਗੇ ਤੇ ਨਾ ਹੀ ਇੰਨੀ ਡੈਪਥ ਵਿੱਚ ਜਾ ਕੇ ਉਹਨਾਂ ਨੂੰ ਸਹੀ ਪ੍ਰੈਡਿਕਸ਼ਨ ਕਰ ਪਾਉਂਦੇ ਸੀ। ਬਸ ਆਪਣੇ ਪਿਤਾ ਜੀ ਦੀ ਗੱਦੀ ਤੇ ਬੈਠ ਗਏ ਤੇ ਪੰਡਿਤ ਅਖਵਾਨ ਲੱਗ ਪਏ ਤੇ ਥੋੜਾ ਬਹੁਤ ਗਿਆਨ ਜਿਹੜਾ ਗੱਲਾਂ ਬਾਤਾਂ ਕਰਦੇ ਆ ਸੁਣਿਆ ਤੇ ਉਹਨੂੰ ਅਪਲਾਈ ਕਰਨ ਲੱਗ ਪਏ। ਤੇ ਪੂਜਾ ਵਗੈਰਾ ਦੇ ਵਿੱਚ ਲੋਕਾਂ ਨੂੰ ਇੰਟਰਸਟ ਆਦਾ ਕਿ ਪੂਜਾ ਕਰਾਓ, ਇੰਨੇ ਪੈਸੇ ਦਿਓ ਤੇ ਤੁਹਾਡੇ ਕੰਮ ਠੀਕ ਉਪਾਅ ਕਰਵਾ ਕੇ, ਔਰ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਕੇ ਸਿਰਫ ਪੈਸੇ ਦੀ ਇੱਕ ਗੇਮ ਬਣਾ ਲਿੱਤੀ ਗਈ। ਜਦ ਕਿ ਹੁਣ 2000 ਸਦੀ ਤੋਂ ਬਾਅਦ, ਇਨਫੈਕਟ 2000 ਤੋਂ ਬਾਅਦ ਅਸੀਂ ਗੱਲ ਕਰਾਂਗੇ, ਇਹ ਮੋਡੈਲਿਟੀਜ਼ ਸਟੱਡੀਜ਼ ਦੇ ਵਿੱਚ ਕਨਵਰਟ ਹੋਈਆਂ ਨੇ, ਜਿੱਥੇ ਪ੍ਰੋਪਰ ਸਾਇੰਸ ਦੇ ਤੌਰ ਤੇ ਇਹਨਾਂ ਨੂੰ ਜਾਣਿਆ ਜਾਂਦਾ ਹੈ। ਬਹੁਤ ਸਾਰੇ ਇੰਸਟੀਚਿਊਟਸ ਬਣੇ ਨੇ ਜਿੱਥੇ ਇਹਨਾਂ ਨੂੰ ਪ੍ਰੋਪਰਲੀ ਗਾਈਡ ਕੀਤਾ ਜਾਂਦਾ ਹੈ, ਸਿਖਾਇਆ ਜਾਂਦਾ ਹੈ, ਲਿਟਰੇਚਰ ਸਮਝਾਇਆ ਜਾਂਦਾ ਹੈ, ਔਰ ਸਰਟੀਫਾਈਡ ਕੋਰਸਿਸ ਨੇ, ਇਹਨਾਂ ਦੇ ਉੱਤੇ ਥੀਸਿਸ ਲਿਖੇ ਜਾਂਦੇ ਨੇ, ਟੈਸਟ ਲਏ ਜਾਂਦੇ ਨੇ, ਫਿਰ ਕਿਸੇ ਨੂੰ ਖਿਤਾਬ ਦਿੱਤਾ ਜਾਂਦਾ। ਆਮ ਤੌਰ ਤੇ ਕੋਈ ਵੀ ਜੋਤਿਸ਼ ਹੁੰਦਾ ਹੈ, ਉਹਦੇ ਕੋਲ ਚਲਾ ਗਿਆ, ਹੁਣ ਬੰਦੇ ਦਾ ਫਰਜ਼ ਕਰੋ, ਮੈਂ ਆਪਣੀ ਐਗਜ਼ਾਮਪਲ ਦਿੰਦਾ, ਮੇਰਾ ਨਾਮ ਬਲਜੀਤ ਹੈ, ਕੱਲ ਨੂੰ ਕਿਸੇ ਕਾਰਨ ਕਰਕੇ ਮੈਂ ਆਪਣਾ ਨਾਮ ਬਦਲ ਲਿਆ ਤੇ ਕੀ ਮੇਰੀ ਗ੍ਰਹਿ ਦਸ਼ਾ ਵੀ ਬਦਲ ਜੇਗੀ? ਸਰ ਇਸ ਤਰ੍ਹਾਂ ਹੈ, ਗ੍ਰਹਿ ਦਸ਼ਾ ਨਹੀਂ ਬਦਲਦੀ, ਜੋ ਤੁਸੀਂ ਡੈਸਟੀਨੀ ਲਿਖਵਾ ਕੇ ਆਏ ਹੋ ਉਹ ਤੇ ਉਦਾਂ ਹੀ ਹੋਏਗੀ। ਕਹਿੰਦੇ ਬਰਸਾਤ ਤੇ ਹੋਏਗੀ, ਬਸ ਇਹ ਸਮਝ ਲਓ ਕਿ ਤੁਸੀਂ ਇੱਕ ਅੰਬ੍ਰੇਲਾ ਲੈ ਲਿਆ, ਤੁਸੀਂ ਗਿੱਲੇ ਨਹੀਂ ਹੋਏਗੇ। ਯਾਨੀ ਕਿ ਜਿੱਥੇ ਪ੍ਰੋਬਲਮ ਹੈ ਉੱਥੇ ਸੋਲੂਸ਼ਨ ਹੈ, ਜਿੱਥੇ ਤਾਲਾ ਹੈ ਉੱਥੇ ਚਾਬੀ ਪਰਮਾਤਮਾ ਨੇ ਪਹਿਲੇ ਬਣਾ ਕੇ ਦਿੱਤੀ ਹੈ। ਤੇ ਜੇ ਕੋਈ ਪ੍ਰੋਬਲਮ ਹੈ, ਇਹਨੂੰ ਕਹਿੰਦੇ ਫ੍ਰੀ ਵਿਲ। ਜੇ ਤੁਸੀਂ ਕਹਿੰਦੇ ਨਾ ਨਾਮ ਬਦਲਣ ਨਾਲ ਕਿ ਮੇਰੀ ਗ੍ਰਹਿ ਦਸ਼ਾ ਬਦਲ ਪਾਈ, ਬਿਲਕੁਲ ਪੈਂਦਾ ਸਰ। ਮੇਰਾ ਖੁਦ ਦਾ ਨਾਮ ਮੈਂ ਖੁਦ ਚੇਂਜ ਕੀਤਾ ਹੋਇਆ ਤੇ ਉਹਦੇ ਨਾਲ ਮੈਨੂੰ ਬਹੁਤ ਫਰਕ ਪਿਆ, ਡੈਫੀਨੇਟਲੀ ਪੈਂਦਾ ਹੈ। ਮੈਂ ਇਹ ਨਹੀਂ ਕਹਾਂਗੀ ਕਿ ਇਹਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਏਗੀ, ਬਟ ਡੈਫੀਨੇਟਲੀ ਇਹਦੇ ਨਾਲ ਬਹੁਤ ਚੀਜ਼ਾਂ ਤੁਹਾਡੀਆਂ ਪ੍ਰੋਟੈਕਟ ਹੋ ਜਾਣਗੀਆਂ। ਕਿਉਂਕਿ ਬਾਲੀਵੁੱਡ 'ਚ ਬੜਾ ਕਾਮਨ ਫਾਰਮੂਲਾ, ਐਕਟਰ ਜਿਹੜੇ ਨਾਮ ਬਦਲ ਲੈਂਦੇ ਆ, ਉਹ ਜ਼ਿਆਦਾਤਰ ਕਹਿੰਦਾ ਜੀ ਮੈਂ ਸਕਸੈਸ ਹੀ ਹੋਇਆ, ਇੱਕੋ ਅੱਖਰ ਫਰਜ਼ ਕਰੋ 2 ਵਾਰ ਲਿਖ ਲੈਂਦੇ ਆਪਣੇ ਨਾਮ ਦਾ। ਹੁਣ ਫੋਰ ਐਗਜ਼ਾਮਪਲ, ਅੱਛਾ ਫਰਜ਼ ਕਰੋ ਕਿ ਜਿੱਦਾਂ ਆਪਣਾ ਬੰਦੇ ਦਾ ਜਨਮ ਸਥਾਨ ਹੈ, ਉਹ ਤਾਂ ਬੰਦਾ ਚਲੋ ਨਹੀਂ ਬਦਲ ਸਕਦਾ, ਜਾਂ ਆਪਣਾ ਉਸ ਤੋਂ ਬਾਅਦ ਕਹਿ ਲਓ ਵੀ ਸਮਾਂ ਨਹੀਂ ਬਦਲ ਸਕਦਾ ਜਨਮ ਦਾ, ਡੇਟ ਆਫ ਬਰਥ ਵੀ ਨਹੀਂ ਬਦਲ ਸਕਦਾ। ਬਟ ਮੈਂ ਤੁਹਾਨੂੰ, ਕਿਉਂਕਿ ਇੱਕ ਪਾਸਟ ਲਾਈਫ ਰਿਗਰੈਸ਼ਨ ਥੈਰੇਪਿਸਟ ਹਾਂ, ਤੇ ਮੈਂ ਥੋੜਾ ਜਿਹਾ ਡਿਟੇਲਸ ਤੁਹਾਨੂੰ ਇਸ ਗੱਲ ਬਾਰੇ ਜ਼ਰੂਰ ਦੱਸਣਾ ਚਾਹਾਂਗੀ ਕਿ ਬਹੁਤ ਸਾਰੀਆਂ ਚੀਜ਼ਾਂ ਪਹਿਲੇ ਡਿਸਟਾਈਨਡ ਹੁੰਦੀਆਂ ਨੇ, ਸਾਡੇ ਪਿਛਲੇ ਬੈਗੇਜ ਤੋਂ ਲੈ ਕੇ, ਯਾਨੀ ਕਿ ਪਿਛਲੇ ਕਰਮਾਂ ਤੋਂ ਲੈ ਕੇ ਉਸ ਹਿਸਾਬ ਨਾਲ ਡਿਸਟਾਈਨਡ ਹੁੰਦੀਆਂ ਨੇ, ਡੈਸਟੀਨੀ ਵਿੱਚ ਲਿਖੀਆਂ ਜਾਂਦੀਆਂ ਨੇ ਕਿ ਇਹ ਅੱਗੋਂ ਇਹ ਕਰਮ ਮੈਂ ਇਸ ਇਨਸਾਨ ਨਾਲ ਭੁਗਤਾਂਗਾ ਜਾਂ ਭੁਗਤਾਂਗੀ। ਲੇਕਿਨ ਕੁਝ ਚੀਜ਼ਾਂ ਸਾਡੀ ਫ੍ਰੀ ਵਿਲ 'ਚ ਹੁੰਦੀਆਂ ਨੇ, ਜਿਹਨੂੰ ਅਸੀਂ ਹੁਣ ਬਣਾ ਰਹੇ, ਸਾਡੇ ਸੰਚਿਤ ਕਰਮ ਜਿਹਨੂੰ ਹੁਣ ਬਣਾ ਰਹੇ ਹਾਂ। ਤੇ ਇੱਕ ਨੇਮ ਵੀ ਉਹਨਾਂ ਵਿੱਚੋਂ ਇੱਕ ਚੀਜ਼ ਹੈ ਕਿ ਜਿਹੜੀ ਅਸੀਂ ਆਪਣੀ ਮਰਜ਼ੀ ਨਾਲ ਬਦਲ ਕੇ ਆਪਣੇ ਪ੍ਰੈਜ਼ੈਂਟ ਨੂੰ ਠੀਕ ਕਰ ਸਕਦੇ ਹਾਂ, ਸਾਡੀ ਫ੍ਰੀ ਵਿਲ 'ਚ ਹੈ। ਯਾਨੀ ਕਿ ਅਸੀਂ ਆਪਣੇ ਕਰਮ ਹੁਣ ਪਾ ਕੇ ਇਹਨੂੰ ਹੁਣ ਠੀਕ ਕਰ ਸਕਦੇ ਹਾਂ, ਦੈਟ ਇਜ਼ ਇਨ ਆਵਰ ਫ੍ਰੀ ਵਿਲ। ਸਵਾਲ ਇੱਥੇ ਮਨ 'ਚ ਆ ਰਿਹਾ, ਹੁਣ ਤੁਸੀਂ ਲੋਕ ਤਾਂ ਆਸਤਿਕ ਹੁੰਦੇ ਹੀ ਹੋ, ਨਾਸਤਿਕ ਤੁਸੀਂ ਨਹੀਂ ਹੁੰਦੇ, ਰੱਬ 'ਚ ਵਿਸ਼ਵਾਸ ਰੱਖਦੇ ਹੋ? ਆਫ ਕੋਰਸ ਯੈਸ, ਰੱਖਦੇ ਹਾਂ। ਕਹਿੰਦੇ ਨਾ ਚਾਰੋਂ ਪਾਸੇ, ਚਾਰੋਂ ਦਿਸ਼ਾਵਾਂ 'ਚ ਰੱਬ ਉਹ ਹੈਗਾ। ਬਿਲਕੁਲ ਹੈ। ਤੇ ਇਹ ਜਿਹੜਾ ਆਪਣਾ ਤੁਹਾਡਾ ਇਹ ਹੁੰਦਾ ਹੈ ਵਾਸਤੂ ਸ਼ਾਸਤਰ, ਇਹ ਇਸ ਚੀਜ਼ ਨੂੰ ਕਹਿੰਦਾ ਨਹੀਂ ਹੋ, ਤੁਸੀਂ ਇੱਧਰ ਰੱਖੋ, ਇੱਧਰ ਮੂੰਹ ਕਰੋ, ਘਰ ਦਾ ਇੱਧਰ ਮੂੰਹ ਕਰੋ। ਬੰਦਾ ਜੇ ਹੁਣ ਫੇਥ ਰੱਖੇ ਰੱਬ ਚਾਰੇ ਪਾਸੇ ਹੈ, ਤੇ ਫਿਰ ਉਹ ਨੈਗੇਟਿਵ ਪੋਜ਼ਿਟਿਵ ਕਿੱਦਾਂ ਆ ਜਾਂਦਾ ਉਹਦੇ 'ਚ? ਤੁਸੀਂ ਕਿਸ ਚੀਜ਼ ਤੋਂ ਬਣੇ ਹੋ? 5 ਤੱਤਵਾਂ ਤੋਂ ਬਣੇ ਹੋ। ਕੌਣ? ਮਿੱਟੀ ਤੋਂ ਬਣੇ ਹੋ, ਮਿੱਟੀ 'ਚ ਮਿਲ ਜਾਣਾ ਹੈ। ਇਸ ਤਰ੍ਹਾਂ ਯੂਨੀਵਰਸ ਵੀ 5 ਤੱਤਵਾਂ ਤੋਂ ਬਣੀ ਹੈ। ਜੋ ਯੂਨੀਵਰਸ 'ਚ ਹੈ ਉਹੀ ਸਾਡੇ ਅੰਦਰ ਹੈ, ਤੇ ਜੋ ਵਾਸਤੂ ਹੈ ਵੀ ਸਿਰਫ 5 ਐਲੀਮੈਂਟਸ ਦੇ ਉੱਪਰ ਬੇਸਡ ਹੈ। ਜਦੋਂ ਸਾਡੇ ਐਲੀਮੈਂਟ ਬੈਲੈਂਸ ਹੋਣਗੇ ਨਾ, ਮੇਰੇ 'ਚ ਪਾਣੀ, ਅਗਨੀ ਤੱਤਵ, ਸਾਰੇ 에ਅਰ ਤੱਤਵ ਸਭ ਬੈਲੈਂਸ ਹੋਣਗੇ ਤੇ ਮੇਰੀ ਹੈਲਥ ਠੀਕ ਹੋਏਗੀ। ਇਸੇ ਤਰ੍ਹਾਂ ਦਾ ਜਿਹੜੀ ਮੇਰੀ ਗ੍ਰਹਿ ਦਸ਼ਾ ਹੈ, ਜੋ ਮੇਰੇ ਘਰ ਦੀ ਦਸ਼ਾ ਹੈ, ਜੋ ਮੇਰੀ ਜਿੱਥੇ ਮੇਰੇ ਸਾਈਡ ਕਰਦੀਆਂ ਵਾਸਤੂ ਮੇਰਾ, ਅਗਰ ਉਹਦੀਆਂ ਵੀ 5 ਐਲੀਮੈਂਟ ਬੈਲੈਂਸ ਹੋਣਗੀਆਂ ਤਾਂ ਮੈਨੂੰ ਆਪਣੇ ਪੋਜ਼ਿਟਿਵ એનર્ਜੀਜ਼ ਦੇਣਗੀਆਂ। ਤੇ ਹਮੇਸ਼ਾ ਸਾਈਮਲਟੇਨੀਅਸਲੀ ਚੀਜ਼ਾਂ ਵਰਕ ਕਰਦੀਆਂ ਨੇ। ਮੇਰਾ ਔਰਾ ਮੇਰੇ ਘਰ ਨੂੰ, ਔਰ ਮੇਰੇ ਘਰ ਦਾ ਔਰਾ ਮੈਨੂੰ, ਇੱਕ ਦੂਸਰੇ ਨੂੰ ਸਾਈਮਲਟੇਨੀਅਸਲੀ ਵਰਕ ਕਰਦੀਆਂ ਨੇ એનર્ਜੀਜ਼। ਤੇ ਜੇ ਮੇਰਾ ਔਰਾ ਪੋਜ਼ਿਟਿਵ ਹੋਏਗਾ, ਮੈਂ ਆਪਣੇ ਘਰ 'ਚ ਪੋਜ਼ਿਟਿਵ એનર્ਜੀ ਛੱਡਾਂਗੀ, ਤੇ ਜੇ ਮੇਰੇ ਘਰ ਦਾ ਔਰਾ ਪੋਜ਼ਿਟਿਵ ਹੋਏਗਾ, ਉਹ ਮੈਨੂੰ ਪੋਜ਼ਿਟਿਵ એનર્ਜੀ ਦੇਗਾ। ਐਸਾ ਹੀ ਨੈਗੇਟਿਵਿਟੀ ਵਾਸਤੇ ਵੀ ਹੁੰਦਾ ਹੈ। ਇਸ ਕਰਕੇ ਵਾਸਤੂ ਬੈਲੈਂਸ ਕੀਤਾ ਜਾਏਗਾ ਤਾਂ ਤੁਹਾਨੂੰ ਪੋਜ਼ਿਟਿਵ ਇੰਪੈਕਟ ਦੇਗਾ, ਸਿਰਫ ਐਲੀਮੈਂਟਸ ਬੈਲੈਂਸ ਕਰਨ ਨਾਲ। ਤੁਸੀਂ ਫੇਸ ਰੀਡਿੰਗ ਵੀ ਕਰਦੇ ਹੋ, ਅੱਜ ਕਿਸੇ ਦਾ ਬੰਦਾ ਚਿਹਰਾ ਜੋ ਹੈਗਾ, ਉਹ ਚਿਹਰਾ ਤੁਸੀਂ ਪੜ੍ਹ ਕੇ ਉਹਦੇ ਹਾਲਾਤ ਦੱਸ ਦੋਗੇ। ਦੂਜੇ ਪਾਸੇ ਖੁਦਾ ਨਾ ਖਾਸਤਾ ਕੱਲ ਨੂੰ ਕੋਈ ਉਹੀ ਬੰਦਾ ਪਲਾਸਟਿਕ ਸਰਜਰੀ ਕਰਾ ਕੇ ਚਿਹਰਾ ਬਦਲ ਕੇ ਆ ਜਾਏਗਾ, ਫਿਰ ਕੋਈ ਫਰਕ ਪਏਗਾ? ਆਫ ਕੋਰਸ ਯੈਸ, ਇਹਨੂੰ ਬੋਲਿਆ ਫੇਸ ਰੀਡਿੰਗ ਜਾਂਦਾ ਹੈ, ਬਿਕਾਜ਼ ਇਹ ਲੋਕਾਂ ਵਾਸਤੇ ਅੰਡਰਸਟੈਂਡ ਕਰਨਾ ਈਜ਼ੀ ਹੈ ਕਿ ਫੇਸ ਰੀਡਿੰਗ ਐਕਚੁਅਲੀ ਵੀ ਆਰ ਸਾਈਕਿਕ ਰੀਡਰਸ। Psychic means we connect to your energy and we get the vibes, ਔਰ ਉਹਨਾਂ ਤੋਂ ਅਸੀਂ ਰੀਡ ਕਰਦੇ ਹਾਂ, ਨਾ ਕਿ ਚਿਹਰੇ ਦੇ ਫੀਚਰਸ ਪੜ੍ਹ ਕੇ, ਨਾ ਕਿ ਚਿਹਰੇ ਦੇ ਫੀਚਰਸ ਪੜ੍ਹ ਕੇ ਸਰ। ਜੋ ਵਾਈਬਸ, ਉਹ ਬੰਦਾ ਚਾਹੇ ਪਲਾਸਟਿਕ ਸਰਜਰੀ 1000 ਵਾਰੀ ਕਰਵਾ ਲੇ, ਵਾਈਬਸ ਉਹਦੇ ਕੋਲ ਉਹੀ ਆਉਣਗੀਆਂ ਜੋ ਪਹਿਲੇ ਆਈਆਂ ਸਨ। ਠੀਕ ਹੈ। ਅੰਕ ਜੋਤਿਸ਼ ਬਾਰੇ ਵੀ ਦੱਸ ਦਿਓ, ਅੰਕ ਜੋਤਿਸ਼ ਦਾ ਬੇਸ ਕੀ ਹੁੰਦਾ? ਫਰਜ਼ ਕਰੋ ਉਹਦੇ 'ਚ ਵੀ ਬੰਦੇ ਨੇ ਕੋਈ ਜਨਮ ਤਰੀਕ ਜੰਮਿਆ ਕਿਸੇ ਤਰੀਕ ਨੂੰ, ਘਰ ਦੇ ਅਨਪੜ੍ਹ ਸੀ, ਉਹਨਾਂ ਨੇ ਕੋਈ ਹੋਰ ਲਿਖਾਤੀ, ਤੇ ਉਹ ਜਿਹੜੀ ਲਿਖਾ ਰਹੀ ਹੈ ਉਹ ਚੱਲੀ ਜਾ ਰਹੀ ਹੈ, ਉਹ ਵੀ ਫਰਕ ਪਾ ਦਿੰਦੀ ਹੈ ਬੰਦੇ 'ਚ। ਇਸ ਤਰ੍ਹਾਂ ਹੈ, ਜੋ ਤੁਸੀਂ
ਯੂਜ਼ ਕਰ ਰਹੇ ਹੋ, ਯਾਨੀ ਕਿ ਜੋ ਤੁਸੀਂ ਨੰਬਰਸ ਯੂਜ਼ ਕਰ ਰਹੇ ਹੋ ਕਿਤੇ ਨਾ ਕਿਤੇ ਤੁਹਾਡੀ ਲਾਈਫ 'ਚ ਉਹੀ ਇੰਪੈਕਟ ਕਰ ਰਹੇ ਹਨ। ਜਿਸ ਤਰ੍ਹਾਂ ਹੁਣੇ ਤੁਸੀਂ ਨੇਮ ਬਾਰੇ ਪੁੱਛਿਆ ਕਿ ਨੇਮ ਦਾ ਨੰਬਰ ਚੇਂਜ ਕਰ ਦਿੰਦੇ ਆ ਅਸੀਂ ਤੇ ਕਿਸ ਤਰ੍ਹਾਂ ਇੰਪੈਕਟ ਆਉਂਦਾ ਹੈ, ਉਸ ਤਰ੍ਹਾਂ ਹੀ ਜੇ ਤੁਸੀਂ ਤੁਹਾਨੂੰ ਓਰੀਜਨਲ ਡੇਟ ਆਫ ਬਰਥ ਨਹੀਂ ਪਤਾ ਤੇ ਜਿਹੜੀ ਘਰਦਿਆਂ ਨੇ ਉਂਝੇ ਹੀ ਲਿਖਾ ਦਿੱਤੀ ਉਹ ਤੁਹਾਨੂੰ ਇੰਪੈਕਟ ਦੇ ਰਹੀ ਹੈ। ਕਿੱਦਾਂ ਦੇਗੀ ਮੈਡਮ? ਉਹ ਤਾਂ ਹੈ ਹੀ ਜਿਹਨੂੰ ਆਪਾਂ ਕਹੀਏ ਸੱਚੀ ਪੱਕੀ ਹੈ ਹੀ ਨਹੀਂ ਉਹ। ਸਰ ਸੱਚੀ ਪੱਕੀ ਨਹੀਂ ਹੈ, ਇਹ ਕਿ ਯੂਨੀਵਰਸ ਇਜ਼ ਆਲ ਅਰਾਊਂਡ ਅਸ। ਜਿਨ੍ਹਾਂ ਨੇ ਜਦੋਂ ਲਿਖਵਾਈ ਉਦੋਂ ਉਹਨਾਂ ਨੂੰ ਯੂਨੀਵਰਸਲ ਮੈਸੇजेस ਹੀ ਆਏ, ਉਹਨਾਂ ਨੇ ਯੂਨੀਵਰਸ ਨੇ ਹੀ ਉਹਨਾਂ ਨੂੰ ਪ੍ਰੇਰਿਤ ਕੀਤਾ ਹੈ ਕਰਨ ਵਾਸਤੇ। ਤੁਸੀਂ ਆਪ ਹੀ ਤਾਂ ਕਹਿੰਦੇ ਹੋ ਕਿ ਸਾਡੇ ਹੱਥ 'ਚ ਕੁਝ ਨਹੀਂ ਹੈ, ਪਰਮਾਤਮਾ ਦੇ ਹੱਥ 'ਚ। ਉਹੀ ਨੰਬਰਸ ਉਹਨਾਂ ਨੂੰ ਲਾਈਫ 'ਚ ਦੇਣਗੇ। ਜਿਸ ਤਰ੍ਹਾਂ ਮੈਂ ਨੰਬਰ 6 ਹਾਂ ਤੇ ਮੈਨੂੰ ਉਹੀ ਨੰਬਰ ਬਾਰ-ਬਾਰ ਜ਼ਿੰਦਗੀ 'ਚ ਮੁੜ ਕੇ ਮਿਲਣਗੇ। ਮੇਰੀ ਗੱਡੀ ਦਾ ਨੰਬਰ ਵੀ ਉਹੀ ਮਿਲੇਗਾ, ਚਾਹੇ ਮੈਂ ਸਿਲੈਕਟ ਨਹੀਂ ਕੀਤਾ। ਮੇਰੇ ਘਰ ਦਾ ਨੰਬਰ ਵੀ ਉਹੀ ਮਿਲੇਗਾ, ਮੈਨੂੰ ਮੇਰੀ ਦੁਕਾਨ ਦਾ ਨੰਬਰ ਵੀ ਉਹੀ ਮਿਲੇਗਾ, ਮੈਨੂੰ ਫੋਨ ਨੰਬਰਸ ਵੀ ਉਹੀ ਮਿਲਣਗੇ, ਜਿਹੜੇ ਨੰਬਰ ਆਲਰੇਡੀ ਮੇਰੇ ਰੋਲ ਪਲੇ ਕਰ ਰਹੇ ਨੇ ਮੇਰੀ ਲਾਈਫ। ਯਾਨੀ ਕਿ ਜਿਹੜੇ ਪਲੈਨਟਸ ਨੰਬਰ, ਯਾਨੀ ਕਿ ਪਲੈਨਟਸ ਨਾਲ ਅਸੀਂ ਨੰਬਰਸ ਨੂੰ ਜੋੜਦੇ ਹਾਂ, ਜਿਹੜੇ ਪਲੈਨਟਸ ਆਲਰੇਡੀ ਤੁਹਾਨੂੰ ਸਪੋਰਟ ਕਰ ਰਹੇ ਨੇ ਉਹੀ ਪਲੈਨਟਸ ਤੁਹਾਡੇ ਆਸ-ਪਾਸ ਹੀ ਰਹਿਣਗੇ ਔਰ ਤੁਹਾਨੂੰ ਸਪੋਰਟ ਕਰਦੇ ਰਹਿਣਗੇ ਲਾਈਫ ਤੇ। ਹਾਲਾਂਕਿ ਮੈਂ ਇਸ ਚੀਜ਼ ਤੇ ਬਿਲਕੁਲ ਭਰੋਸਾ ਨਹੀਂ ਕਰਦਾ ਹੁੰਦਾ, ਪਰ ਮੈਂ ਨਾ ਇੱਕ ਚੀਜ਼ ਤੁਹਾਡੇ ਇਸ ਪੁਆਇੰਟ ਨਾਲ ਸਹਿਮਤ ਹਾਂ, ਕਿਉਂਕਿ ਜਦੋਂ ਹੁਣ ਮੈਂ ਤੁਹਾਨੂੰ ਆਪਣੀ ਜਨਮ ਤਾਰੀਖ ਦੱਸੀ ਉਸ 'ਚ 6 ਆਂਦਾ ਤੇ ਮੇਰੀ ਲਾਈਫ 'ਚ 6 ਦੀ ਬੜੀ ਵੱਡੀ ਇੰਪੋਰਟੈਂਸ ਹੈ। ਅਕਸਰ ਕੀ ਹੁੰਦਾ ਹੈ ਕਿ ਮੇਰੇ ਕੋਲ ਕਈ ਵਾਰ ਪੈਸੇ ਨਹੀਂ ਹੈ ਤੇ ਮੇਰੇ ਕੋਲ ਕਈ ਵਾਰ ਕਿੰਨਾ ਬਚਿਆ ਜੀ, ਉਹ 26,000, ਉਸ 'ਚ 6 ਆ ਗਿਆ। ਮੇਰਾ ਕੋਈ ਰਿਸ਼ਤੇਦਾਰ ਕਿੱਥੇ ਰਹਿੰਦਾ 26 ਸੈਕਟਰ, ਉਹਦਾ ਘਰ ਦਾ ਨੰਬਰ ਕਿੰਨਾ 26, ਇਹਦਾ 6 ਮੇਰੀ ਲਾਈਫ 'ਚ ਹੈਗਾ। ਮਤਲਬ ਇਟਸ ਨਾਟ ਅ ਕੋਇਨਸੀਡੈਂਟ। ਨੋ ਇਟਸ ਨਾਟ ਅ ਕੋਇਨਸੀਡੈਂਸ। ਮੈਂ ਬੋਲ ਰਹੀ ਹਾਂ ਕਿ ਜਿਹੜੇ ਪਲੈਨਟਸ ਤੁਹਾਨੂੰ ਫੇਵਰ ਕਰ ਰਹੇ ਉਹੀ ਨੰਬਰ, ਯਾਨੀ ਕਿਉਂਕਿ ਨੰਬਰ ਨੂੰ ਅਸੀਂ ਪਲੈਨਟਸ ਦੇ ਨਾਲ ਕਨੈਕਟ ਕਰਦੇ ਹਾਂ, ਉਹੀ ਨੰਬਰ ਤੁਹਾਡੇ ਆਸ-ਪਾਸ ਹੀ ਰਹਿਣਗੇ, ਤੁਹਾਨੂੰ ਦਿੰਦੇ ਰਹਿਣਗੇ। ਇਨਫੈਕਟ ਜਿਨ੍ਹਾਂ ਲੋਕਾਂ ਕੋਲ ਆਪਣੀ ਡੇਟ ਆਫ ਬਰਥ ਨਹੀਂ ਹੁੰਦੀ, ਅਸੀਂ ਉਹਨਾਂ ਦਾ ਘਰ ਦਾ ਨੰਬਰ, ਉਹਨਾਂ ਦਾ ਗੱਡੀ ਦਾ ਨੰਬਰ, ਉਹਨਾਂ ਦਾ ਫੋਨ ਨੰਬਰ ਦੇਖ ਕੇ ਉਹਨਾਂ ਦੀ ਪ੍ਰੈਡਿਕਸ਼ਨਸ ਕਰੀ ਦੀਆਂ ਨੇ। ਫੋਨ ਨੰਬਰ ਤਾਂ ਮਹਿਕਮੇ ਨੇ ਅਲਾਟ ਕਰਨਾ ਹੁੰਦਾ ਹੈ, ਡਿਪਾਰਟਮੈਂਟ ਦਿੰਦਾ, ਉਹ ਕਿੱਦਾਂ ਨਾਲ ਜੁੜ ਜਾਏਗਾ? ਆਟੋਮੈਟਿਕਲੀ। ਸਰ ਬਹੁਤ ਛੋਟੀ ਜਿਹੀ ਐਗਜ਼ਾਮਪਲ ਦੇਣੀ ਆ ਤੁਹਾਨੂੰ। ਮੈਂ ਹੁਣੇ ਇੱਕ ਗੱਡੀ ਲਈ ਹੈ ਨਵੀਂ, ਤੇ ਮੈਨੂੰ ਗੱਡੀ ਦਾ ਨੰਬਰ ਵਾਸਤੇ ਉਹਨੇ ਪੁੱਛਿਆ ਕਿ ਤੁਸੀਂ ਕੋਈ ਪਰਟੀਕੁਲਰ, ਤੁਸੀਂ ਐਸਟ੍ਰੋਲੋਜਰ ਹੋ, ਤੁਸੀਂ ਕੋਈ ਪਰਟੀਕੁਲਰ ਨੰਬਰ ਲੈਣਾ ਚਾਹੋਗੇ? ਮੈਂ ਉਹਨੂੰ ਕਿਹਾ ਨਹੀਂ, ਮੇਰੇ ਕੋਲ ਆਪਣੇ ਆਪ ਹੀ 6 ਆ ਜਾਣਾ ਹੈ ਤੇ ਮੇਰੀ ਗੱਡੀ ਦਾ ਨੰਬਰ ਹੈ 4245। ਤੁਸੀਂ ਕੈਲਕੂਲੇਸ਼ਨਸ ਕਰੋ, ਟੋਟਲ 6 ਬਣਦਾ ਹੈ, 6 ਬਣਦਾ ਹੈ, ਤਾਂ ਆਟੋਮੈਟਿਕਲੀ ਆ ਰਿਹਾ। ਉਹਨੇ ਪੂਰੇ ਉੱਥੇ ਰੋਲਾ ਪਾ ਦਿੱਤਾ ਕਿ ਮੈਡਮ ਨੇ ਤਾਂ ਪਹਿਲੇ ਹੀ ਕਹਿਤਾ ਸੀ ਮੇਰੇ ਕੋਲ 6। ਮੈਂ ਕੋਈ ਭਵਿਸ਼ਵਾਣੀ ਨਹੀਂ ਕੀਤੀ, ਮੈਨੂੰ ਤਾਂ ਪਹਿਲੇ ਹੀ ਪਤਾ ਸੀ ਭਈਆ ਜੋ ਨੰਬਰ ਮੈਨੂੰ ਆਲਰੇਡੀ ਸਪੋਰਟ ਕਰ ਰਿਹਾ ਹੈ ਮੈਨੂੰ ਉਹੀ ਮਿਲੇਗਾ। ਅੱਛਾ, ਫਿਰ ਇੱਕ ਮਿੰਟ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਕਈ ਇਹੋ ਜਿਹੇ ਵੀ ਹੁੰਦੇ ਸੀ ਜਿਨ੍ਹਾਂ ਨੇ ਪਿਰਥਾ ਪੁਰਖੀ ਇਹਨੂੰ ਧੰਦਾ ਕਾਰੋਬਾਰ ਬਣਾ ਲਿਆ ਸੀ ਤੇ ਉਹ ਭ੍ਰਾਂਤੀਆਂ ਵੀ ਉਹਦੇ ਨਾਲ ਕਾਫੀ ਫੈਲ ਗਈਆਂ, ਲੋਕ ਮਿਸਗਾਈਡਡ ਹੋਣ ਲੱਗ ਗਏ। ਫਿਰ ਉਪਾਏ ਅਲਟਰਨੇਟਿਵ ਹੁੰਦਾ, ਉਪਾਏ ਨਾਲ ਹੱਲ ਹੋ ਜਾਂਦੇ ਆ ਕੋਈ ਦੁੱਖ ਤਕਲੀਫ ਆਣੀ ਹੋਵੇ? ਬਹੁਤ ਅੱਛਾ ਕੁਐਸਚਨ ਤੁਸੀਂ ਪੁੱਛਿਆ ਹੈ। ਲੋਕ ਬਹੁਤ ਪੁੱਛਦੇ ਆ, ਬਹੁਤ ਲੋਕਾਂ ਦੇ ਦਿਮਾਗ 'ਚ ਕੁਐਸਚਨ ਮਾਰਕ ਵੀ ਰਹਿੰਦਾ ਹੈ ਕਿ ਉਪਾਏ ਕੀ ਵਰਕ ਕਰਦੇ ਨੇ। ਸਰ ਵਰਕ ਕਰਦੀਆਂ ਤੁਹਾਡੀਆਂ ਇੰਟੈਂਸ਼ਨਸ। ਜਿਸ ਚੀਜ਼ ਤੇ ਤੁਸੀਂ ਇੰਟੈਂਸ਼ਨਸ ਪਾਉਂਦੇ ਹੋ, ਕਹਿੰਦੇ ਤੁਸੀਂ ਪੱਥਰ 'ਚੋਂ ਵੀ ਰੱਬ ਲੱਭ ਲਿਆ ਧੰਨੇ ਜੱਟ ਨੇ, ਤਾਂ ਇਸ ਕਰਕੇ ਜੋ ਤੁਸੀਂ ਭਾਵਨਾ ਪਾਓਗੇ ਨਾ, ਜੇ ਤੁਸੀਂ ਕਹਿ ਰਹੇ ਹੋ ਨਾ ਮੈਂ ਚਿੜੀਆਂ ਨੂੰ ਦਾਣਾ ਇਹ ਕਰਕੇ ਪਾ ਰਿਹਾ ਕਿ ਮੇਰਾ ਇਹ ਕੰਮ ਠੀਕ ਹੋ ਜਾਏ, ਤੇ ਉਹਨੇ ਹੋ ਜਾਣਾ ਹੈ। ਇਟ ਇਜ਼ ਆਲ ਅਬਾਊਟ ਇੰਟੈਂਸ਼ਨਸ। ਤੁਸੀਂ ਉਪਾਏ ਜੇ ਇੰਟੈਂਸ਼ਨਸ ਪਾ ਕੇ ਕਰਦੇ ਹੋ ਤੇ ਉਪਾਏ ਕੰਮ ਆਉਂਦਾ ਹੈ। ਜੇ ਤੁਸੀਂ ਇਹ ਸੋਚ ਕੇ ਕਰੋ ਫਾਰਮੈਲਿਟੀ ਹੈ, ਇਹਨੇ ਦੇ ਦਿੱਤਾ ਬਈ ਪਤਾ ਨਹੀਂ ਕੰਮ ਕਰੇਗਾ ਕਿ ਨਹੀਂ ਕਰੇਗਾ, ਫਿਰ ਕਦੀ ਨਹੀਂ ਕੰਮ ਆਏਗਾ। ਇਸ ਕਰਕੇ ਉਹਨਾਂ ਲੋਕਾਂ ਦੇ ਕੰਮ ਨਹੀਂ ਹੁੰਦੇ ਜਿਹੜੇ ਇੰਟੈਂਸ਼ਨਲੀ ਨਹੀਂ ਕਰਦੇ। ਜਿਹੜੇ ਫੁੱਲ ਬਿਲੀਵ ਨਾ ਕਰਦੇ ਉਹਨਾਂ ਦੇ ਕੰਮ ਹੁੰਦੇ ਵੀ ਹੈ। ਤੇ ਉਪਾਏ ਮੇਰੀ ਇੱਕ ਐਡਵਾਈਸ ਰਹੇਗੀ ਸਭ ਨੂੰ ਕਿ ਉਪਾਏ ਕਰਨਾ ਤੇ ਤਾਂ ਕਰਨਾ ਜੇ ਤੁਹਾਨੂੰ ਫੁੱਲ ਫੇਥ ਔਰ ਫੁੱਲ ਇੰਟੈਂਸ਼ਨਸ ਦੇ ਨਾਲ ਤੁਸੀਂ ਕਰ ਸਕਦੇ ਹੋ, ਨਹੀਂ ਤੇ ਨਹੀਂ। ਚਲੋ, ਤੁਸੀਂ ਜੈਸਮੀਨ ਸਲਾਹ ਦੇ ਰਹੇ ਹੋ ਵੀ ਜੇ ਕਰਨਾ ਤਾਂ ਪੂਰੀ ਆਸ ਰੱਖੋ, ਉਹਦੇ ਲਈ ਸਕਾਰਾਤਮਕ ਤੁਸੀਂ ਸੋਚ ਰੱਖੋ। ਅਕਸਰ ਲੋਕ ਤੁਹਾਨੂੰ ਇਹ ਵੀ ਸਵਾਲ ਪੁੱਛਦੇ ਹੋਣੇ, ਤੁਹਾਡੇ ਲੋਕਾਂ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਆਉਂਦੀਆਂ? ਬਿਲਕੁਲ ਆਉਂਦੀਆਂ ਨੇ। ਉਪਾਏ ਕਰ ਲੈਂਦੇ ਹੋ ਉਹਦਾ? ਅਸੀਂ ਕੋਈ ਮੋਤੀ ਦਾਨ ਨਹੀਂ ਕੀਤੇ। ਸਾਡੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਉਸ ਤਰ੍ਹਾਂ ਹੀ ਆਉਂਦੀਆਂ ਨੇ ਜਿਵੇਂ ਲੋਕਾਂ ਦੀ ਜ਼ਿੰਦਗੀ 'ਚ ਆਉਂਦੀਆਂ ਨੇ। ਅਸੀਂ ਵੀ ਆਪਣੇ ਕਰਮ ਲਿਖਵਾ ਕੇ ਆਏ ਹਾਂ। ਤੁਹਾਨੂੰ ਲੋਕ ਜਿਹੜੇ ਹੁੰਦੇ ਨੇ ਆਪਣਾ ਕਹਿ ਲਓ ਵੀ ਨਕਾਰਾਤਮਕ ਜਿਹੜੇ ਹੁੰਦੇ ਨੇ, ਨੈਗੇਟਿਵ ਥਾਟ ਵਾਲੇ, ਰੱਬ ਜੀ ਨੂੰ ਜਿਹੜੇ ਨਹੀਂ ਮੰਨਦੇ, ਉਹ ਕਹਿੰਦੇ ਨੇ ਤੁਸੀਂ ਆਪਣਾ ਭਵਿੱਖ ਕਿਉਂ ਨਹੀਂ ਸਵਾਰ ਲੈਂਦੇ, ਲੋਕਾਂ ਨੂੰ ਦੱਸਦੇ ਹੋ? ਸਭ ਤੋਂ ਪਹਿਲੀ ਗੱਲ ਤਾਂ ਇਹ ਵੇ ਸਰ ਕਿ ਸਾਨੂੰ ਲੋਕਾਂ ਨੂੰ ਦੁੱਖ ਜ਼ਿਆਦਾ ਹੁੰਦੇ ਨੇ। ਕਿਉਂਕਿ ਅਸੀਂ ਸਾਰਾ ਦਿਨ ਲੋਕਾਂ ਦੇ ਦੁੱਖ ਸੁਣ ਕੇ ਆਪਣੀ ਨੈਗੇਟਿਵ એનર્ਜੀਜ਼ ਉਹਨਾਂ ਦੀ ਸਾਡੇ ਤੱਕ ਆਉਂਦੀਆਂ ਨੇ। ਸਾਨੂੰ ਆਪਣੇ ਬੈਲੈਂਸ ਕਰਨ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ। ਆਪਣਾ ਔਰਾ ਪੋਜ਼ਿਟਿਵ ਕਰਨ ਵਾਸਤੇ, ਆਪਣੇ ਭਾਰ ਉਤਾਰਨ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ। ਦਾਨ ਪੁੰਨ, ਅਸੀਂ ਬੜੀ ਚੀਜ਼ਾਂ ਦੀ ਹੈਲਪ ਲੈਂਦੇ ਹਾਂ, ਆਪਣੇ ਵਾਸਤੇ ਵੀ ਅਸੀਂ ਉਪਾਏ ਕਰਦੇ ਹਾਂ। ਪਰ ਸਭ ਤੋਂ ਵੱਡੀ ਗੱਲ ਸਾਡੇ ਪ੍ਰੋਫੈਸ਼ਨ 'ਚ ਇਹ ਵੇ, ਜਦੋਂ ਲੋਕੀ ਤੁਹਾਡੇ ਕੋਲ ਆ ਕੇ ਰੋਂਦੇ ਨੇ ਤੇ ਲੱਗਦਾ ਹੈ ਕਿ ਦੁਨੀਆ ਮੇਂ ਇਤਨਾ ਗਮ ਹੈ, ਮੇਰਾ ਗਮ ਕਿਤਨਾ ਕਮ ਹੈ। ਤੇ ਇਸ ਕਰਕੇ ਸਾਡੀ ਲਾਈਫ 'ਚ ਸਾਨੂੰ ਪੋਜ਼ਿਟਿਵ ਐਟੀਟਿਊਡ ਦੇ ਨਾਲ ਔਰ ਨਿਊਟਰਲਾਈਜ਼ ਹੋ ਜਾਂਦੀਆਂ ਨੇ એનર્ਜੀ। ਦੁੱਖ ਉਸ ਤਰ੍ਹਾਂ ਹੀ ਆਉਂਦਾ ਹੈ, ਪਰ ਪਹਿਲੇ ਵਾਂਗ ਦੁਖੀ ਰੋਈਦਾ ਨਹੀਂ ਤੇ ਡਿਪੈਂਡ ਨਹੀਂ ਹੋਈਦਾ ਉਸ ਦੁੱਖ ਦੇ ਵਿੱਚ। ਨਿਊਟਰਲ ਹੋ ਜਾਈਦਾ ਹੈ ਔਰ ਪਤਾ ਹੈ ਕਿ ਇਹ ਸਮਾਂ ਆਇਆ ਔਰ ਨਿਕਲ ਜਾਏਗਾ। ਇਸ ਕਰਕੇ ਅਸੀਂ ਆਪਣੇ ਆਪ ਨੂੰ ਜਲਦੀ ਬੈਲੈਂਸ ਕਰ ਲੈਂਦੇ ਹਾਂ। ਸੋ ਜੈਸਮੀਨ ਨਾਲ ਸਾਡੀਆਂ ਗੱਲਾਂ ਹੋ ਰਹੀਆਂ ਸੀਗੀਆਂ। ਟੈਰੋ ਕਾਰਡ ਰੀਡਰ ਨੇ, ਗੁਣ ਬਹੁਤ ਹੈਗੇ ਨੇ, ਆਪਾਂ ਤੁਹਾਨੂੰ ਦੱਸੇ ਵੀ ਇਹਨਾਂ ਦੀ ਕੀ ਇਹਨਾਂ ਦੀ ਕਲਾ ਹੈਗੀ ਹੈ। ਤੇ ਜੇਕਰ ਤੁਸੀਂ ਜੋਤਿਸ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜੋਤਿਸ਼ ਦੀਆਂ ਵੰਨਗੀਆਂ ਬਹੁਤ ਹੋ ਗਈਆਂ ਨੇ, ਭਰੋਸਾ ਜੇ ਤੁਸੀਂ ਰੱਖਦੇ ਹੋ, ਪਰ ਕਿਤੇ ਨਾ ਕਿਤੇ ਤੁਹਾਡੀ ਸੋਚ ਜਿਹੜੀ ਹੈਗੀ ਹੈ ਉਹ ਸਕਾਰਾਤਮਕ ਹੋਣੀ ਚਾਹੀਦੀ ਹੈ, ਪੋਜ਼ਿਟਿਵ ਹੋਣੀ ਚਾਹੀਦੀ ਹੈ। ਤੇ ਜ਼ਰੂਰ ਜੇ ਤੁਹਾਨੂੰ ਲੱਗਦਾ ਹੈ ਵੀ ਵਿਗੜੇ ਕੰਮ ਕਿਤੇ ਨਹੀਂ ਬਣਦੇ ਤੇ ਥੋੜੀ ਜੇ ਤੁਸੀਂ ਆਸ ਰੱਖੋਗੇ ਤਾਂ ਤੁਹਾਡੇ ਵਿਗੜੇ ਕੰਮ ਵੀ ਜਿਹੜਾ ਹੈਗਾ ਉਹ ਬਣਨਗੇ। ਸਟੱਡੀ ਬੇਸ ਸਭ ਕੁਝ ਹੁੰਦਾ ਹੈ। ਕਹਿੰਦੇ ਨਾ ਪੰਡਤਾਂ ਦੇ ਤੀਰ ਤੁੱਕੇ ਸੀਗੇ, ਉਹ ਟਾਈਮ ਜਿਹੜਾ ਹੁਣ ਵਕਤ ਲੰਘ ਗਿਆ। ਹੁਣ ਸਾਰਾ ਲਿਟਰੇਚਰ ਹੈ ਇਹਦਾ, ਸਾਹਿਤ ਤੇ ਆਧਾਰਿਤ ਹੈ। ਤੇ ਵਿਸ਼ਵਾਸ ਕਰੋ
ਤਾਂ ਤੁਹਾਡੇ ਲਈ ਹੈ, ਨਹੀਂ ਤਾਂ ਮਾਨੋ ਜਾਂ ਨਾ ਮਾਨੋ। ਵਿਜੇ ਅਸ਼ੋਕ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਮੋਹਾਲੀ।